बहुत ही प्यारे बच्चों, ਅੱਜ ਆਪਾਂ ਮੱਧਕਾਲੀਨ ਪੰਜਾਬੀ ਕਾਵਿ ਝਲਕਾਂ ਤੇ ਇਤਿਹਾਸ ਪੁਸਤਕ ਵਿੱਚ ਦਰਜ ਵਾਰਿਸ ਸ਼ਾਹ ਦੀ ਰਚਨਾ ਪੜਾਂਗੇ ਬੱਚਿਓ। ਠੀਕ ਹੈ ਨਾ। ਬਹੁਤ ਸੁੰਦਰ ਹੈ, ਬਹੁਤ ਹੀ ਅਦਭੁਤ ਹੈ। ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਵਾਰਿਸ ਸ਼ਾਹ ਦੀ ਜਿਹੜੀ ਜ਼ਿੰਦਗੀ ਹੈ ਉਸ ਦੇ ਬਾਰੇ ਜ਼ਰੂਰ ਕੁਝ ਗੱਲਾਂ ਦੱਸਾਂਗੀ। ਠੀਕ ਹੈ ਨਾ। ਸੱਯਦ ਵਾਰਿਸ ਸ਼ਾਹ ਪੰਜਾਬੀ ਕਿੱਸਾ ਸਾਹਿਤ ਦਾ ਪ੍ਰਤੀਨਿਧ ਕਿੱਸਾਕਾਰ ਹੈ। ਆਪ ਦਾ ਜਨਮ ਜੰਡਿਆਲਾ ਸ਼ੇਰਖਾਂ ਜ਼ਿਲ੍ਹਾ ਸ਼ੇਖੂਪੁਰਾ ਵਿੱਚ ਸੱਯਦ ਗੁਲਸ਼ੇਰ ਖਾਂ ਦੇ ਘਰ ਹੋਇਆ। ਆਪ ਨੇ ਕਸੂਰ ਅਤੇ ਪਾਕਪਟਨ ਵਿੱਚ ਵਿੱਦਿਆ ਹਾਸਲ ਕੀਤੀ। ਆਪ ਦੀ ਰਚਨਾ ਕਿੱਸਾ ਹੀਰ ਨੂੰ ਪੰਜਾਬੀ ਸਾਹਿਤ ਵਿੱਚ ਇੱਕ ਸ਼ਾਹਕਾਰ ਰਚਨਾ ਹੋਣ ਦਾ ਮਹੱਤਵਪੂਰਨ ਸਥਾਨ ਹਾਸਲ ਹੈ। ਆਪ ਨੇ ਕਿੱਸਾ ਹੀਰ ਵਿੱਚ ਮੂਲ ਕਹਾਣੀ ਭਾਵੇਂ ਹੀਰ ਅਤੇ ਰਾਂਝੇ ਦੇ ਪਿਆਰ ਦੀ ਲਈ ਹੈ, ਪਰ ਇਸ ਦੇ ਪਿਛੋਕੜ ਵਿੱਚ ਪੰਜਾਬੀ ਸੱਭਿਆਚਾਰ ਦਾ ਵਿਰਾਟ ਚਿੱਤਰ ਪੇਸ਼ ਕੀਤਾ ਹੈ। ਵਾਰਿਸ ਸ਼ਾਹ ਦੀ ਜਿਹੜੀ ਪੰਜਾਬ ਦੇ ਲੋਕ ਜੀਵਨ ਨਾਲ ਡੂੰਘੀ ਸਾਂਝ ਹੈ। ਆਪ ਨੇ ਆਪਣੇ ਕਿੱਸੇ ਵਿੱਚ ਇੱਥੋਂ ਦੇ ਲੋਕਾਂ ਦੇ ਜੀਵਨ, ਰਹਿਣੀ ਬਹਿਣੀ, ਰਸਮੋ ਰਿਵਾਜ, ਖੁਸ਼ੀਆਂ ਗਮੀਆਂ ਨੂੰ ਬੜੇ ਹੀ ਸੋਹਣੇ ਢੰਗ ਦੇ ਨਾਲ ਪੇਸ਼ ਕੀਤਾ ਹੈ। ਵਾਰਿਸ ਸ਼ਾਹ ਨੇ ਕਿੱਸਾ ਹੀਰ ਬੈਂਤ ਛੰਦ ਵਿੱਚ ਲਿਖਿਆ ਹੈ। ਉਸ ਦੀ ਬੋਲੀ ਸਾਦੀ, ਮੁਹਾਵਰੇਦਾਰ, ਨਿੱਤ ਵਰਤੀ ਜਾਂਦੀ ਠੇਠ ਪੰਜਾਬੀ ਹੈ। ਇਹੀ ਕਾਰਨ ਹੈ ਕਿ ਆਪ ਦਾ ਕਿੱਸਾ ਪੰਜਾਬ ਦੇ ਸੱਥਾਂ, ਦਾਇਰਿਆਂ, ਪਰਰਿਆਂ ਅਤੇ ਮੇਲਿਆਂ ਵਿੱਚ ਆਮ ਗਾਇਆ ਜਾਂਦਾ ਹੈ। ਹਥਲੇ ਕਾਵਿ ਸੰਗ੍ਰਹਿ ਵਿੱਚ ਰਾਂਝੇ ਦਾ ਬਾਲਨਾਥ ਕੋਲ ਜਾਣਾ, ਬਾਲਨਾਥ ਦਾ ਸਵਾਲ, ਰਾਂਝੇ ਦੀ ਜੋਗ ਲੈਣ ਲਈ ਬੇਨਤੀ, ਬਾਲਨਾਥ ਦਾ ਰਾਂਝੇ ਨੂੰ ਸਮਝਾਉਣਾ, ਰਾਂਝੇ ਦਾ ਉੱਤਰ ਬਾਲਨਾਥ ਨੂੰ, ਰਾਂਝੇ ਦਾ ਜੋਗ ਲੈਣਾ, ਬਾਲਨਾਥ ਵੱਲੋਂ ਰਾਂਝੇ ਨੂੰ ਨਸੀਹਤ, ਰਾਂਝੇ ਦਾ ਜੋਗ ਲੈ ਕੇ ਵਿਦਾ ਹੋਣਾ, ਰਾਂਝੇ ਦਾ ਜੋਗ ਲੈ ਕੇ ਰੰਗਪੁਰ ਜਾਣਾ ਅਤੇ ਜੋਗੀ ਦੀ ਫੇਰੀ ਨਾਲ ਸੰਬੰਧਿਤ ਬੰਦ ਸ਼ਾਮਿਲ ਕੀਤੇ ਗਏ ਹਨ। ਅਤੇ ਚਲੋ ਫਿਰ ਬੱਚੋ ਆਪਾਂ ਪੜ੍ਹੀਏ। ਠੀਕ ਹੈ, ਸ਼ੁਰੂ ਕਰੀਏ। ਰਾਂਝੇ ਦਾ ਜੋਗੀ ਬਾਲਨਾਥ ਕੋਲ ਜਾਣਾ ਸ਼ੁਰੂਆਤ ਹੈ। ਅਤੇ ਪ੍ਰਸੰਗ ਕਿੱਦਾਂ ਲਿਖਾਂਗੇ ਆਪਾਂ ਸਾਰੀ ਰਚਨਾ ਦਾ ਕਿ ਇਹ ਕਾਵਿ ਟੋਟਾ ਵਾਰਿਸ ਸ਼ਾਹ ਦੇ ਕਿੱਸੇ ਹੀਰ ਵਿੱਚੋਂ ਲਿਆ ਗਿਆ ਹੈ। ਠੀਕ ਹੈ, ਜਦੋਂ ਆਪਾਂ ਹੀਰ ਲਿਖਾਂਗੇ ਨਾ ਬੱਚੇ ਉਹਨੂੰ ਕੌਮਿਆਂ ਦੇ ਵਿੱਚ ਬੰਦ ਕਰ ਦਾਂਗੇ, ਕਿਉਂਕਿ ਕੋਈ ਵੀ ਸਿਰਲੇਖ ਹੈ ਆਪਾਂ ਕੌਮਿਆਂ ਦੇ ਵਿੱਚ ਹੀ ਉਸ ਨੂੰ ਬੰਦ ਕਰਦੇ ਹੁੰਦੇ ਹਾਂ। ਠੀਕ ਹੈ ਨਾ। ਅਤੇ ਇਹ ਮੱਧਕਾਲੀਨ ਪੰਜਾਬੀ ਕਾਵਿ ਝਲਕਾਂ ਅਤੇ ਇਤਿਹਾਸ, ਇਹ ਵੀ ਕੌਮਿਆਂ 'ਚ ਬੰਦ ਕਰਨਾ। ਪੁਸਤਕ ਵਿੱਚ ਰਾਂਝੇ ਦਾ ਜੋਗੀ ਬਾਲਨਾਥ ਕੋਲ ਜਾਣਾ, ਇਹ ਵੀ ਬੰਦ ਕਰਾਂਗੇ, ਸਿਰਲੇਖ ਹੇਠ ਦਰਜ ਹੈ। ਇਸ ਕਵਿਤਾ ਵਿੱਚ ਕਵੀ ਨੇ ਰਾਂਝੇ ਦੁਆਰਾ ਬਾਲਨਾਥ ਦੇ ਟੀਲੇ ਉੱਤੇ ਜਾ ਕੇ ਉਸ ਨੂੰ ਜੋਗ ਦੀ ਬਖਸ਼ਿਸ਼ ਕਰਨ ਲਈ ਬੇਨਤੀ ਕਰਨ ਦਾ ਜ਼ਿਕਰ ਕੀਤਾ ਹੈ। ਬੱਚੋ ਜਿਹੜਾ ਪ੍ਰਸੰਗ ਆਪਾਂ ਲਿਖਣਾ ਨਾ ਸ਼ੁਰੂ ਦੇ ਵਿੱਚ ਉੱਦਾਂ ਹੀ ਇਸ ਤਰ੍ਹਾਂ ਲਿਖਾਂਗੇ ਆਪਾਂ, ਪਰ ਉਸ ਤੋਂ ਬਾਅਦ ਸਿਰਲੇਖ ਦਾ ਨਾਂ ਲਿਖਾਂਗੇ ਹਰ ਕਿਤੇ ਅਲੱਗ-ਅਲੱਗ। ਅਤੇ ਵਿਆਖਿਆ ਵਿੱਚੋਂ ਇੱਕ ਲਾਈਨ ਲੈ ਲਾਂਗੇ ਜੋ ਅੰਤਲੀ ਲਾਈਨ ਹੈ, ਅਤੇ ਉਸ ਦੇ ਬਾਰੇ ਬਿਆਨ ਆਪਾਂ ਕਰ ਦਾਂਗੇ। ਠੀਕ ਹੈ ਨਾ। ਟੀਲੇ ਜਾਈ ਕੇ ਜੋਗੀ ਦੇ ਹੱਥ ਜੋੜੇ, ਸਾਨੂੰ ਆਪਣਾ ਕਰੋ ਫਕੀਰ ਮੀਆਂ, ਤੇਰੇ ਦਰਸ ਦੀਦਾਰ ਦੇ ਵੇਖਣੇ ਨੂੰ, ਆਇਆ ਦੇਸ ਪਰਦੇਸ ਨੂੰ ਚੀਰ ਮੀਆਂ। ਤਾਂ ਟੀਲੇ ਉੱਚੀ ਪਹਾੜੀ ਉੱਪਰ ਸਥਿਤ ਜੋਗੀਆਂ ਦਾ ਡੇਰਾ, ਦਰਸ ਮਤਲਬ ਦਰਸ਼ਨ। ਠੀਕ ਹੈ। ਅਤੇ ਉਹ ਕਹਿੰਦੇ ਨੇ ਵੀ ਕਵੀ ਲਿਖਦਾ ਹੈ ਕਿ ਰਾਂਝੇ ਨੇ ਬਾਲਨਾਥ ਜੋਗੀ ਦੇ ਟੀਲੇ ਉੱਪਰ ਜਾ ਕੇ ਹੱਥ ਜੋੜੇ ਅਤੇ ਉਸ ਨੂੰ ਬੇਨਤੀ ਕੀਤੀ ਕਿ ਉਹ ਉਸ ਨੂੰ ਆਪਣਾ ਚੇਲਾ ਬਣਾ ਲਵੇ। ਉਹ ਉਸ ਦੇ ਦਰਸ਼ਨ ਦੀ ਖਾਤਰ ਬਹੁਤ ਦੂਰੋਂ ਦੇਸ਼ਾਂ ਪ੍ਰਦੇਸ਼ਾਂ ਵਿੱਚੋਂ ਪੈਂਡੇ ਮਾਰ ਕੇ ਉਸ ਕੋਲ ਪਹੁੰਚਾ ਹੈ। ਸਿਦਕ ਧਾਰ ਕੇ ਨਾਲ ਯਕੀਨ ਆਇਆ, ਅਸੀਂ ਚੇਲੜੇ ਤੇ ਤੁਸੀਂ ਪੀਰ ਮੀਆਂ, ਬਾਦਸ਼ਾਹ ਸੱਚਾ ਰੱਬ ਆਲਮਾਂ ਦਾ, ਫਕਰ ਉਸ ਦੇ ਹੈਨ ਵਜ਼ੀਰ ਮੀਆਂ, ਬਿਨਾਂ ਮੁਰਸ਼ਦਾਂ ਰਾਹ ਨਾ ਹੱਥ ਆਵੇ, ਦੁੱਧ ਬਾਜ ਨਾ ਰਿੱਝਦੀ ਖੀਰ ਮੀਆਂ। ਆਲਮਾਂ ਦਾ ਮਤਲਬ ਹੁੰਦਾ ਦੁਨੀਆ, ਮੁਰਸ਼ਦ ਕੀ ਹੁੰਦੇ ਆ ਬੱਚੇ? ਉਸਤਾਦ, ਗੁਰੂ। ਠੀਕ ਹੈ ਨਾ। ਤਾਂ ਉਹ ਕਹਿੰਦੇ ਨੇ ਵੀ ਹੇ ਪੀਰ ਜੀ, ਗੁਰੂ ਤੋਂ ਬਿਨਾਂ ਮਨੁੱਖਾਂ ਦੀ ਜਿਹੜੀ ਰੂਹ ਹੈ ਉਹਦਾ ਤੁਰਨਾ ਬਿਲਕੁਲ ਅਸੰਭਵ ਹੈ। ਠੀਕ ਹੈ ਨਾ। ਕਿਉਂਕਿ ਉਹਨਾਂ ਕੋਲ ਆਈ ਸੀ ਨਾ ਉਹ, ਤਾਂ ਉਹਨਾਂ ਨੇ ਸਾਰੀ ਸ੍ਰਿਸ਼ਟੀ ਦਾ ਅਸਲ ਜੋ ਬਾਦਸ਼ਾਹ ਹੈ ਉਹ ਰੱਬ ਹੈ। ਉਸ ਵਰਗੇ ਪਹੁੰਚੇ ਹੋਏ ਪੀਰ, ਫਕੀਰ ਅਤੇ ਜੋਗੀ ਉਸਦੇ ਵਜ਼ੀਰ ਹੁੰਦੇ ਹਨ, ਜਿਹੜੇ ਸਾਰੀ ਦੁਨੀਆ ਨੂੰ ਤੋਰਦੇ ਹਨ। ਠੀਕ ਹੈ ਨਾ। ਇਸ ਕਰਕੇ ਤੂੰ ਵੀ ਮੈਨੂੰ ਤੋਰਨਾ ਹੈ, ਜਿਸ ਤਰ੍ਹਾਂ ਦੁੱਧ ਤੋਂ ਬਿਨਾਂ ਖੀਰ ਨਹੀਂ ਰਿੱਝ ਸਕਦੀ। ਠੀਕ ਹੈ। ਇਸ ਕਰਕੇ ਉਹ ਵੀ ਗੁਰੂ ਤੋਂ ਬਿਨਾਂ ਜੋਗ ਦੇ ਰੂਹਾਨੀ ਰਸਤੇ 'ਤੇ ਠੀਕ ਹੈ ਨਹੀਂ ਤੁਰ ਸਕਦੇ, ਅਤੇ ਤੁਸੀਂ ਸਾਨੂੰ ਆਪਣਾ ਜਿਹੜਾ ਜੋਗ ਦਿਓ ਅਤੇ ਰੂਹਾਨੀ ਰਸਤੇ ਦੇ ਉੱਪਰ ਤੋਰੋ। ਠੀਕ ਹੈ। ਯਾਦ ਹੱਕ ਦੀ ਸਬਰ ਤਸਲੀਮ ਨਿਹਚਾ, ਤੁਸਾਂ ਜੱਗ ਦੇ ਨਾਲ ਕੀ ਸਾਰ ਮੀਆਂ, ਫਕਰ ਕੁੱਲ ਜਹਾਨ ਦਾ ਆਸਰਾ ਨੇ, ਤਾਬਿਆ ਫਕਰ ਦੇ ਪੀਰ ਤੇ
ਮੀਰ ਮੀਆਂ। ਹੱਕ ਕੀ ਹੁੰਦਾ ਬੱਚਿਓ? ਰੱਬ, ਸਬਰ, ਸੰਤੋਖ ਨੂੰ ਕਿਹਾ ਗਿਆ। ਤਸਲੀਮ ਨਮਸਕਾਰ ਨੂੰ ਕਿਹਾ ਗਿਆ ਹੈ ਨਾ। ਅਤੇ ਫਿਰ ਉਸ ਤੋਂ ਬਾਅਦ ਸਾਰ ਦਾ ਮਤਲਬ ਕੀ ਹੁੰਦਾ ਹੈ? ਵਾਸਤਾ ਹੁੰਦਾ, ਤਾਬਿਆ, ਅਧੀਨ। ਤਾਂ ਉਹ ਕਹਿੰਦੇ ਨੇ ਕਿ ਰਾਂਝਾ ਬਾਲਨਾਥ ਤੋਂ ਜੋਗ ਲੈਣ ਲਈ ਉਸ ਨੂੰ ਖੁਸ਼ ਕਰਨ ਖਾਤਰ ਉਸ ਦੀ ਪ੍ਰਸ਼ੰਸਾ ਕਰਦਾ ਹੋਇਆ ਕਹਿੰਦਾ ਹੈ ਕਿ ਉਸ ਵਰਗੇ ਫਕੀਰ ਰੱਬ ਨੂੰ ਯਾਦ ਕਰਦੇ ਹਨ, ਸਬਰ ਸੰਤੋਖ ਨਾਲ ਰਹਿੰਦੇ ਹਨ ਅਤੇ ਰੱਬ ਨੂੰ ਨਮਸਕਾਰਾਂ ਕਰਦੇ ਹਨ। ਉਹਨਾਂ ਦੀ ਦੁਨੀਆ ਨਾਲ ਕੋਈ ਵੀ ਸਾਂਝ ਨਹੀਂ ਹੁੰਦੀ। ਠੀਕ ਹੈ। ਤਾਂ ਉਸ ਵਰਗੇ ਫਕੀਰ ਤਾਂ ਦੁਨੀਆ ਦਾ ਆਸਰਾ ਹਨ ਅਤੇ ਸੰਸਾਰਿਕ ਅਤੇ ਧਾਰਮਿਕ ਆਗੂ ਸਭ ਉਹਨਾਂ ਦੇ ਅਧੀਨ ਹੀ ਰਹਿੰਦੇ ਹਨ। ਠੀਕ ਹੈ। ਮੇਰਾ ਮਾਊ ਨਾ ਬਾਪ ਨਾ ਸਾਕ ਕੋਈ, ਚਾਚਾ ਤਾਇਆ ਨਾ ਭੈਣ ਤੇ ਵੀਰ ਮੀਆਂ, ਦੁਨੀਆ ਵਿੱਚ ਹੈਰਾਨ ਹਾਂ ਬਹੁਤ ਹੋਇਆ, ਪੈਰੋਂ ਸਾਡਿਓ ਲਾ ਜ਼ੰਜੀਰ ਮੀਆਂ, ਤੈਨੂੰ ਛੱਡ ਕੇ ਜਾ ਮੈਂ ਹੋਰ ਕਿਸਤੇ, ਨਜ਼ਰ ਆਵਨਾ ਏ ਜ਼ਾਰਾ ਪੀਰ ਮੀਆਂ। ਤਾਂ ਉਹ ਫਿਰ ਕਹਿੰਦੇ ਨੇ ਕਿ ਮੇਰਾ ਕੋਈ ਵੀ ਸਕਾ ਸੰਬੰਧੀ ਨਹੀਂ ਹੈ, ਨਾ ਮੇਰਾ ਮਾਂ ਏ, ਨਾ ਮੇਰੀ ਮਾਂ ਏ, ਨਾ ਮੇਰਾ ਪਿਓ ਹੈ। ਠੀਕ ਹੈ। ਚਾਚਾ ਤਾਇਆ ਵੀਰ ਭੈਣ ਕੋਈ ਵੀ ਨਹੀਂ। ਉਹ ਦੁਨੀਆ ਦੇ ਝਮੇਲਿਆਂ ਤੋਂ ਬਹੁਤ ਪਰੇਸ਼ਾਨ ਹੋਇਆ ਹੈ। ਉਹ ਉਸ ਨੂੰ ਜੋਗ ਬਖਸ਼ੇ ਅਤੇ ਉਸ ਦੇ ਪੈਰਾਂ ਵਿੱਚੋਂ ਸੰਸਾਰਿਕ ਬੰਧਨਾਂ ਦੀ ਜ਼ੰਜੀਰ ਲਾਵੇ। ਉਹ ਉਸ ਨੂੰ ਛੱਡ ਕੇ ਕਿਸੇ ਹੋਰ ਦਾ ਆਸਰਾ ਨਹੀਂ ਤੱਕ ਸਕਦਾ। ਉਸ ਨੂੰ ਤਾਂ ਉਹੀ ਪ੍ਰਗਟ ਰੂਪ ਵਿੱਚ ਪੂਰਾ ਪੀਰ ਦਿਖਾਈ ਦਿੰਦਾ ਹੈ। ਇਸ ਕਰਕੇ ਉਹ ਉਸ ਨੂੰ ਜੋਗ ਬਖਸ਼ ਕੇ ਰੂਹਾਨੀ ਰਾਹ ਉੱਪਰ ਤੋਰੇ। ਤੈਨੂੰ ਛੱਡ ਕੇ ਜਾ ਮੈਂ ਹੋਰ ਕਿਸਥੇ, ਨਜ਼ਰ ਆਵਨਾ ਏ ਜ਼ਾਰਾ ਪੀਰ ਮੀਆਂ। ਉਹ ਕਹਿੰਦੇ ਨੇ ਵੀ ਤੂੰ ਹੀ ਮੈਨੂੰ ਸਾਰੇ ਝਮੇਲਿਆਂ ਤੋਂ ਮੁਕਤ ਕਰਨ ਵਾਲਾ ਏ। ਠੀਕ ਹੈ ਨਾ। ਤੂੰ ਹੀ ਸਾਰੇ ਕਾਸੇ ਤੋਂ ਮੈਨੂੰ ਬੰਧਨਾਂ ਤੋਂ ਮੁਕਤ ਕਰਨਾ। ਵੀ ਮੇਰਾ ਕੋਈ ਮਾਂ ਪਿਓ ਨਹੀਂ ਹੈ, ਕੋਈ ਸਕਾ ਸੰਬੰਧੀ ਨਹੀਂ, ਚਾਚਾ ਤਾਇਆ ਨਹੀਂ, ਭੈਣ ਭਰਾ ਨਹੀਂ। ਠੀਕ ਹੈ। ਤੂੰ ਮੇਰੇ 'ਤੇ ਜੋਗ ਦੇ ਕੇ ਮੈਨੂੰ ਜਿੰਨੇ ਵੀ ਸੰਸਾਰਕ ਬੰਧਨ ਨੇ ਉਹਨਾਂ ਤੋਂ ਮੈਨੂੰ ਜ਼ੰਜੀਰ ਲਾ ਦੇ। ਠੀਕ ਹੈ ਨਾ। ਉਹ ਕਿਸੇ ਦਾ ਆਸਰਾ ਨਹੀਂ ਤੱਕਦਾ, ਸਗੋਂ ਤੇਰਾ ਹੀ ਆਸਰਾ ਤੱਕਦਾ ਹੈ। ਉਸ ਨੂੰ ਉਹਦੇ ਵਿੱਚ ਪੂਰਾ ਪੂਰਾ ਪੀਰ, ਜ਼ਾਰਾ ਪੀਰ ਮਤਲਬ ਪੂਰਾ ਪੂਰਾ ਪੀਰ ਦਿਖਾਈ ਦਿੱਤਾ ਏ। ਪੂਰਾ ਪੀਰ ਮਤਲਬ ਪੂਰੀ ਤਰ੍ਹਾਂ ਨਾਲ ਜਿਹੜਾ ਪੂਰਾ ਹੀ ਪੀਰ ਹੋਵੇ, ਮਤਲਬ ਜਿਹਦੇ ਵਿੱਚ ਕੋਈ ਛਲਾਵਾ ਨਾ ਹੋਵੇ, ਅਤੇ ਇਸ ਕਰਕੇ ਉਹ ਮੈਨੂੰ ਕੀ ਦੇਵੇ? ਜੋਗ ਦੇ ਦੇਵੇ। ਫਿਰ ਅੱਗੇ ਆ ਗਿਆ ਬੱਚੋ ਬਾਲਨਾਥ ਦਾ ਸਵਾਲ। ਨਾਥ ਵੇਖ ਕੇ ਬਹੁਤ ਮਲੂਕ ਚੈਂਚਲ, ਅਹਿਲ ਤਬਾ ਤੇ ਸੋਹਣਾ ਛੈਲ ਮੁੰਡਾ, ਕੋਈ ਹੁਸਨ ਦੀ ਖਾਨ ਉਸ਼ਨਾਕ ਸੁੰਦਰ, ਅਤੇ ਲਾਡਲਾ ਮਾਂ ਪਿਓ ਮਾਂ ਤੇ ਬਾਪ ਸੰਦਾ। ਠੀਕ ਹੈ ਨਾ। ਅਤੇ ਫਿਰ ਉਸ ਤੋਂ ਬਾਅਦ ਮਲੂਕ ਕੀ ਹੁੰਦਾ ਬੱਚੋ? ਕੋਮਲ, ਨਾਜ਼ੁਕ। ਨਾਥ ਵੇਖ ਕੇ ਬਹੁਤ ਮਲੂਕ ਚੈਂਚਲ, ਅਹਿਲ ਤਬਾ ਤੇ ਸੋਹਣਾ ਛੈਲ ਮੁੰਡਾ, ਕੋਈ ਹੁਸਨ ਦੀ ਖਾਨ ਉਸ਼ਨਾਕ ਸੁੰਦਰ, ਅਤੇ ਲਾਡਲਾ ਮਾਂ ਤੇ ਬਾਪ ਸੰਦਾ। ਇਹ ਮਲੂਕ ਕੀ ਹੁੰਦਾ? ਕੋਮਲ, ਨਾਜ਼ੁਕ, ਚੈਂਚਲ, ਸ਼ੋਖ, ਉਸ਼ਨਾਕ, ਸੁੰਦਰ, ਸੰਦਾ ਦਾ। ਵਾਰਿਸ ਸ਼ਾਹ ਲਿਖਦਾ ਹੈ ਕਿ ਜਦੋਂ ਬਾਲਨਾਥ ਨੇ ਬਹੁਤਾ ਹੀ ਨਾਜ਼ੁਕ ਅਤੇ ਸ਼ੋਖ ਜੋ ਰਾਂਝੇ ਨੂੰ ਦੇਖਿਆ, ਜੋ ਕਿ ਮਿੱਠੀ ਤਬੀਅਤ ਦਾ ਸੋਹਣਾ ਜਵਾਨ ਮੁੰਡਾ ਸੀ। ਉਹ ਤਾਂ ਇੱਕ ਖੂਬਸੂਰਤੀ ਦੀ ਖਾਨ ਸੀ ਅਤੇ ਬਹੁਤ ਹੀ ਸੁੰਦਰ ਸੀ। ਉਹ ਮਾਂ ਪਿਓ ਦਾ ਲਾਡਲਾ ਪੁੱਤਰ ਲੱਗਦਾ ਸੀ। ਠੀਕ ਹੈ। ਅਤੇ ਅੱਗੇ ਆ ਗਿਆ, ਕਿਸੇ ਦੁੱਖ ਤੋਂ ਰੁੱਸ ਕੇ ਉੱਠ ਆਇਆ, ਇੱਕੇ ਕਿਸੇ ਦੇ ਨਾਲ ਪੈ ਗਿਆ ਧੰਦਾ, ਨਾਥ ਆਖਦਾ ਦੱਸ ਕਾਂ ਸੱਚ ਮੈਂ ਥੇ, ਤੂੰ ਕਿਹੜੇ ਦੁੱਖ ਫਕੀਰ ਮੀਆਂ। ਉਹ ਕਹਿੰਦੇ ਵੀ ਉਹਨਾਂ ਨੇ ਸਮਝਿਆ ਕਿ ਕਿਸੇ ਦੁੱਖ ਕਾਰਨ ਹੀ ਘਰ ਛੱਡ ਕੇ ਨਿਕਲ ਆਇਆ, ਜਾਂ ਉਸ ਨੂੰ ਕਿਸੇ ਨਾਲ ਕੋਈ ਕੰਮ ਪੈ ਗਿਆ ਹੈ, ਜਿਹੜਾ ਕਿ ਉਹ ਜੋਗੀ ਦਾ ਰੂਪ ਧਾਰ ਕੇ ਉਸ ਨੂੰ ਪੂਰਾ ਕਰਨਾ ਚਾਹੁੰਦਾ ਹੈ। ਬਾਲਨਾਥ ਨੇ ਪੁੱਛਿਆ ਕਿ ਉਹ ਉਸ ਨੂੰ ਸੱਚੋ ਸੱਚ ਦੱਸੇ ਕਿ ਕਿਹੜੇ ਦੁੱਖ ਦੇ ਕਾਰਨ ਉਹ ਫਕੀਰ ਬਣਿਆ ਹੈ। ਰਾਂਝੇ ਦੀ ਜੋਗ ਲੈਣ ਲਈ ਬੇਨਤੀ। ਜੋਗੀ ਛੱਡ ਜਹਾਨ ਫਕੀਰ ਹੋਏ, ਇਸ ਜੱਗ ਵਿੱਚ ਬਹੁਤ ਖਵਾਰੀਆਂ ਨੇ, ਲੈਣ ਦੇਣ ਤੇ ਦਗਾ ਅਨਿਆਓ ਕਰਨਾ, ਲੁੱਟ ਖੁੱਟ ਤੇ ਚੋਰੀਆਂ ਯਾਰੀਆਂ ਨੇ। ਠੀਕ ਹੈ ਨਾ। ਤਾਂ ਖਵਾਰੀਆਂ ਮਤਲਬ ਖਰਾਬੀਆਂ, ਦਗਾ ਮਤਲਬ ਧੋਖਾ ਹੁੰਦਾ ਬੱਚੋ। ਠੀਕ ਹੈ। ਰਾਂਝਾ ਬਾਲਨਾਥ ਨੂੰ ਕਹਿੰਦਾ ਹੈ ਕਿ ਜੋਗੀ ਸੰਸਾਰ ਨੂੰ ਛੱਡ ਕੇ ਇਸ ਕਰਕੇ ਫਕੀਰ ਹੋ ਜਾਂਦਾ ਹੈ ਕਿਉਂਕਿ ਸੰਸਾਰ ਵਿੱਚ ਬਹੁਤ ਖਰਾਬੀਆਂ ਹਨ। ਇਸ ਸੰਸਾਰ ਵਿੱਚ ਰਹਿਣ ਵਾਲੇ ਨੂੰ ਲੈਣ ਦੇਣ, ਧੋਖਾ, ਅਨਿਆਏ, ਲੁੱਟ ਖਸੁੱਟ ਅਤੇ ਚੋਰੀਆਂ ਆਦਿ ਬੁਰਾਈਆਂ ਦਾ ਆਸਰਾ ਲੈਣਾ ਪੈਂਦਾ ਹੈ। ਉਹ ਪੁਰਖ ਨਿਰਵਾਣ ਪਦ ਜਾਈ ਪਹੁੰਚੇ, ਜਿਨ੍ਹਾਂ ਪੰਜੇ ਹੀ ਇੰਦਰੀਆਂ ਮਾਰੀਆਂ ਨੇ, ਜੋਗ ਦਿਓ ਤੇ ਕਰੋ ਨਿਹਾਲ ਮੈਨੂੰ, ਕਈਆਂ ਜੂ ਤੇ ਘੁੰਡੀਆਂ ਚਾੜੀਆਂ ਨੇ। ਨਿਰਵਾਣ ਪਦ ਮੁਕਤੀ ਦੀ ਅਵਸਥਾ ਹੁੰਦੀ ਹੈ। ਪੰਜੇ ਹੀ ਇੰਦਰੀਆਂ, ਜਿਵੇਂ ਪੰਜੇ ਇੰਦਰੀਆਂ ਕਿਹੜੀਆਂ ਹੁੰਦੀਆਂ ਨੇ ਬੱਚਿਓ? ਦੇਖਣ ਦੀ, ਸੁੰਘਣ ਦੀ, ਛੂਹਣ ਦੀ, ਸੁਣਨ ਦੀ ਅਤੇ
मतलब चखण स्वाद दी इंद्री जिहड़ी, ठीक है ना। इस संसार विच रहण वाले जिहड़े लोक ने, ठीक है ना, उन्हां नूं इह इंद्रियां ने मार दिता है, पंजां इंद्रियां ने, ठीक है ना। ते ओह उसदी मुक्ति करे जोग दे के, ठीक है। ते मैनू निहाल करे जोग दे के, ठीक है। क्यों उन्होंने मतलब बहुत सारिया संगतां नूं तारिया है, ठीक है। तो क्यों मन दे विच जो भरम भुलेखा गुंजला ने उसनूं दूर करके एक गरीब जट नूं पार लाओ, ठीक है। जिवें इस जट गरीब नूं तार, उवें जिवें अगलियां संगतां तारियां, जिवें पहलां भी तूं बहुत लोकां नूं तारिया, मैनू भी उवें तार। भी घुंडियां क्यों चाड़ियां ने, भी जिहड़ियां मतलब क्यों तू जिहड़ियां घुंडियां ने गंढा इन्हां नूं खोल के सारी गलत फहमियां दूर कर दे। वारी शाह मियाँ रब शर्म रखे, जग विच मुसीबतां भारियां ने, ठीक है। इस करके उसनूं जोग बख्शिश करे तां जो अपने आप उत्ते स्वै बंधन लागू करदा होया रब दी मेहर दा हो पात्र बन जावे, क्योंकि इस संसार विच बहुत मुसीबतां हन ते इन्हां तो बंदे दी इज्जत रब ही बचा सकदा है, ठीक है। उस तो बाद आ गया बालनाथ दा रांझी नूं समझाउणा। महादेव तो जोग दा पंथ बणिया, खरी कठिन है जोग मुहिम मियाँ, कौड़ा बकवका स्वाद है जोग संदा, जेही घोल के पीवना निम मियम। ਉਹ ਸਮਝਾਉਂਦੇ ਨੇ ਵੀ ਤੂੰ ਹਲੇ ਨੌਜਵਾਨ ਆ, ਮਹਾਦੇਵ ਸ਼ਿਵ ਤੋਂ ਵੀ ਇਹ ਯੋਗ ਦਾ ਪੰਥ ਰਸਤਾ ਬਣਿਆ ਹੈ, ਠੀਕ ਹੈ। ਇਹ ਪੰਥ ਬਣਿਆ, ਤੂੰ ਨਾ ਪੀ ਇਹ ਇਸ ਤਰ੍ਹਾਂ ਹੀ ਬਕਬਕਾ ਸਵਾਦ ਦਾ, ਜਿਸ ਤਰ੍ਹਾਂ ਨਿੰਮ ਪੀਣਾ ਹੋਵੇ, ਵੀ ਬਹੁਤ ਕਠਿਨ ਰਸਤਾ, ਵੀ ਤੂੰ ਤੇਰੇ ਲਈ ਬਹੁਤ ਔਖਾ। ਜਹਾਂ ਸੁੰਨ ਸਮਾਧ ਕੀ ਮੰਡਲੀ ਹੈ ਅਤੇ ਝੁੱਟਣਾ ਹੈ ਰਿਮ ਝਿਮ ਮੀਆਂ, ਤਹਾਂ ਭਸਮ ਲਗਾਏ ਕਿ ਭਸਮ ਹੋਣਾ, ਪੇਸ਼ ਜਾਏ ਨਹੀਂ ਗਰਭ ਤੇ ਡਿੰਮ ਮੀਆਂ। ਭਸਮ ਕੀ ਹੁੰਦੀ ਹੈ ਬੱਚੋ? ਸਵਾਹ। ਗਰਭ ਤੇ ਡਿੰਮ ਦਾ ਮਤਲਬ ਕੀ ਹੁੰਦਾ? ਹਉਮੈ ਤੇ ਹੰਕਾਰ ਨੂੰ ਮਾਰ ਕੇ ਵੀ ਮਤਲਬ ਤੈਨੂੰ ਸਾਧੂਆਂ ਦੀ ਮੰਡਲੀਆਂ ਦੇ ਵਿੱਚ ਘੁੰਮਣਾ ਪੈਣਾ ਏ ਤੇ ਤੈਨੂੰ ਜੋਗੀਆਂ ਦੀ ਤਰ੍ਹਾਂ ਆਪਣੇ ਪਿੰਡੇ ਤੇ ਸਵਾਹ ਮਲਣੀ ਪੈਣੀ ਆ, ਠੀਕ ਹੈ। ਆਪਣੀ ਮਸਤੀ ਦੇ ਵਿੱਚ ਜੋਗ ਦੀ ਮਸਤੀ ਦੇ ਵਿੱਚ ਘੁੰਮਣਾ ਏ, ਠੀਕ ਹੈ ਨਾ। ਵੀ ਬਹੁਤ ਔਖਾ ਜੀਵਨ ਹੈ, ਹੰਕਾਰ ਤੇ ਹਉਮੈ ਨੂੰ ਤੈਨੂੰ ਛੱਡਣਾ ਪੈਣਾ ਏ, ਠੀਕ ਹੈ। ਤੇ ਤਾਂ ਇਹ ਰਸਤਾ ਚੱਲਦਾ ਵੀ ਤੂੰ ਸਮਝਾਉਂਦੇ ਸਨ ਵੀ ਤੂੰ ਇਹ ਛੱਡ ਦੇ। ਤੇ ਰਾਂਝੇ ਦਾ ਫਿਰ ਕੀ ਉੱਤਰ ਆਇਆ ਬਾਲਨਾਥ ਨੂੰ? ਤੁਸਾਂ ਬਖਸ਼ਣਾ ਜੋਗ ਤਾਂ ਕਰੋ ਕਿਰਪਾ, ਦਾਨ ਕਰਦਿਆਂ ਢਿੱਲ ਨਾ ਲੋੜੀਏ ਜੀ। ਵੀ ਤੁਸੀਂ ਮੇਰੇ 'ਤੇ ਕਿਰਪਾ ਕਰੋ, ਜਦੋਂ ਵੀ ਆਪਾਂ ਦਾਨ ਕਰਦੇ ਹਾਂ ਫਿਰ ਕਦੇ ਵੀ ਢਿੱਲ ਨਹੀਂ ਕਰਦੇ ਹੁੰਦੇ, ਛੇਤੀ ਕਰੋ। ਜਿਹੜਾ ਆਸ ਕਰਕੇ ਡਿੱਗੇ ਆਣ ਦੁਆਰੇ, ਜੇ ਉਸ ਦਾ ਚਾਏ ਨਾ ਤੋੜੀਏ ਜੀ। ਵੀ ਜੇ ਕੋਈ ਆਸ ਕਰਕੇ ਤੁਹਾਡੇ ਇੱਥੇ ਆਉਂਦਾ ਤਾਂ ਦਿਲ ਨਾ ਤੋੜੋ। ਸਿਦਕ ਬੰਨ ਕੇ ਜਿਹੜਾ ਚਰਨ ਲੱਗੇ, ਪਾਰ ਲਾਈਏ ਵਿੱਚ ਨਾ ਬੋੜੀਏ ਜੀ। ਵੀ ਉਹਨਾਂ ਨੂੰ ਵਿੱਚ ਮਝਧਾਰ ਦੇ ਨਾ ਛੱਡੋ, ਠੀਕ ਆ। ਜੋ ਤੁਹਾਡੇ ਚਰਨ ਲੱਗ ਗਿਆ ਉਹਨੂੰ ਪਾਰ ਲੰਘਾ ਦਿਓ। ਵਾਰੇ ਸ਼ਾਹ ਮੀਆਂ ਜਿਹਦਾ ਕੋਈ ਨਾਹੀਂ, ਮਿਹਰ ਉਸ ਤੋਂ ਨਾ ਹੀ ਵਿਛੋੜੀਏ ਜੀ। ਵੀ ਜਿਹਦਾ ਕੋਈ ਵੀ ਨਾ ਹੋਵੇ ਨਾ, ਉਸ 'ਤੇ ਤੁਹਾਨੂੰ ਮਿਹਰ ਰੱਖਣੀ ਚਾਹੀਦੀ ਹੈ, ਵੀ ਮੈਨੂੰ ਤੁਸੀਂ ਜੋਗ ਦੇ ਦਿਓ। ਅੱਗੇ ਆ ਗਿਆ ਰਾਂਝੇ ਦਾ ਜੋਗ ਲੈਣਾ। ਬਾਲਨਾਥ ਨੇ ਸਾਹਮਣੇ ਸੱਦ ਧਿੰਦੋ, ਜੋਗ ਦੇਣ ਨੂੰ ਪਾਸ ਬਹਾ ਲਿਆ ਸੂ। ਵੀ ਢਿੱਡੋ ਰਾਂਝੇ ਨੂੰ ਆਪਾਂ ਕਹਿ ਦਿੰਦੇ ਹਾਂ ਕੋਲ ਬੁਲਾਇਆ, ਠੀਕ ਹੈ। ਰੋਡ ਭੋੜ ਹੋਇਆ ਸਵਾ ਮਲੀ ਮੂੰਹ, ਤੇ ਸਭੋ ਕੋੜਮੇ ਦਾ ਨੌ ਗਾਲਿਆ ਸੂ। ਵੀ ਉਹ ਬਿਲਕੁਲ ਰੋਡਾ ਭੋਡਾ ਹੋ ਗਿਆ, ਸਿਰ ਦੇ ਵਾਲ ਬਿਲਕੁਲ ਮੁੰਨਲੇ, ਸਵਾਹ ਮਲ ਲਈ, ਤਾਂ ਇੱਦਾਂ ਵੀ ਜਿਵੇਂ ਸਾਰੇ ਖਾਨਦਾਨ ਕੋੜਮੇ ਦਾ ਜਿਵੇਂ ਉਹਨੇ ਨੌ ਗਾਲਦਾ। ਕੰਨ ਪਾੜ ਕੇ ਝਾੜ ਕੇ ਹਿਰਸ ਹਸਰਤ, ਵੀ ਉਸਨੇ ਕੀ ਕਰਤਾ? ਕੰਨ ਪਾੜ ਤੇ ਹਿਰਸ ਹਸਰਤ ਕੀ ਹੁੰਦਾ ਬੱਚੋ? ਲਾਲਚ ਤੇ ਖਾਸ਼ਾਂ ਨੂੰ ਸਾਰਿਆਂ ਨੂੰ ਛੱਡਤਾ। ਇੱਕ ਪਲਕ ਵਿੱਚ ਮੁੰਨ ਵਿਖਾ ਲਿਆ ਸੂ। ਵੀ 1 ਮਿੰਟ ਦੇ ਵਿੱਚ ਉਹ ਇੱਕ ਪਲਕ ਦੇ ਉਹਦੇ ਵਿੱਚ ਹੀ ਭੋਰੇ ਦੇ ਵਿੱਚ ਹੀ ਉਹਨੇ ਸਾਰਾ ਕੁਛ ਇਹ ਜੋ ਜੋਗੀਆਂ ਵਾਲਾ ਹਥਿਆਰ ਸੀ, ਠੀਕ ਹੈ, ਜਾਂ ਜੋਗੀਆਂ ਵਾਲੇ ਜੋ ਵੀ ਜੋਗ ਸੀ ਉਸ ਨੇ ਉਹ ਲੈ ਲਿਆ। ਬਾਲਨਾਥ ਨੇ ਉਸਨੂੰ ਦੁੱਧ ਪਿਲਾ ਦਿੱਤਾ, ਮਤਲਬ ਜੋ ਜੋਗ ਦੇ ਦਿੱਤਾ। ਜਿਹਾ ਪੁੱਤਰਾਂ 'ਤੇ ਬਾਪ ਮਿਹਰ ਕਰਦੇ, ਜਾਪੇ ਦੁੱਧ ਪਵਾਏ, ਇੱਕ ਪਲਕ ਵਿੱਚ ਮੁੰਨ ਵਿਖਾਲਿਆ ਸੂ। ਕੰਨ ਪਾੜ ਤੇ ਹਿਰਸ ਤੇ ਹਸਰਤ ਜੋ ਵੀ ਮਤਲਬ ਹੰਕਾਰ ਸੀ ਤੇ ਲਾਲਚ ਸੀ, ਖਾਹਸ਼ਾਂ ਸੀ, ਉਹਨਾਂ ਨੂੰ ਸਾਰਿਆਂ ਨੂੰ ਬਾਲਨਾਥ ਨੇ ਕੀ ਕਰਤਾ? ਹੂੰਜ ਦਿੱਤਾ, ਝਾੜ ਦਿੱਤਾ, ਠੀਕ ਹੈ। ਜਿਹਾ ਪੁੱਤਰਾਂ 'ਤੇ ਬਾਪ ਮਿਹਰ ਕਰਦੇ, ਜਾਪੇ ਦੁੱਧ ਪਵਾਏ ਕੇ ਪਾਲਿਆ ਸੂ। ਇਸ ਤਰ੍ਹਾਂ ਹੋ ਗਿਆ ਜਿਵੇਂ ਪੁੱਤਰਾਂ 'ਤੇ ਮਿਹਰ ਕਰਦੇ ਨਾ ਮਾਪੇ, ਵੀ ਮਿਹਰ ਕਰਕੇ ਉਸਨੂੰ ਦੁੱਧ ਪਿਲਾ ਕੇ ਪਾਲਿਆ, ਹੈ ਨਾ। ਸਵਾ ਅੰਗਰ ਮਾਈ ਸਿਰ ਮੁੰਨ ਅੱਖੀ, ਪਾ ਮੁੰਦਰਾ ਚਾਹ ਨਵਾ ਲਿਆ ਸੂ, ਠੀਕ ਹੈ। ਸਵਾਹ ਅੰਗ ਦੇ ਉੱਪਰ ਲਾ ਲਈ, ਸਿਰ ਮੁੰਨ ਲਿਆ, ਠੀਕ ਹੈ। ਉਸ ਤੋਂ ਬਾਅਦ ਮੁੰਦਰਾਂ ਪਾ ਲਈਆਂ, ਠੀਕ ਹੈ ਨਾ। ਅਤੇ ਸਾਰਾ ਕੁਛ ਜੋ ਯੋਗ ਧਾਰਨ ਦੇ ਹੁੰਦਾ ਨਾ ਬੇਟੇ, ਸਾਰਾ ਉਹ ਕਰਤਾ ਸੀ, ਠੀਕ ਹੈ ਨਾ।
ਵੀ ਸਿਰ ਮੁੰਨ ਕੇ ਨਵਾ ਕੇ ਸੁਆਹ ਮਲਤੀ, ਕੰਨਾਂ 'ਚ ਮੁੰਦਰਾ ਪਾਤੀਆਂ। ਇਹ ਗੱਲ ਸਾਰੇ ਸੰਸਾਰ ਵਿੱਚ ਫੈਲ ਗਈ। ਠੀਕ ਹੈ। ਖਬਰਾਂ ਕੁੱਲ ਜਹਾਨ ਵਿੱਚ ਖਿੰਡ ਗਈਆਂ, ਰਾਂਝਾ ਜੋਗੀੜਾ ਸਾਜ ਵਿਖਾਲਿਆ ਸੂਸ। ਵੀ ਰਾਂਝਾ ਕੀ ਬਣ ਗਿਆ? ਜੋਗੀ ਬਣ ਗਿਆ। ਵਾਰਿਸ ਸ਼ਾਹ ਮੀਆਂ ਸੁਨਿਆਰ ਵਾਂਗੂ, ਜੱਟ ਫੇਰ ਮੁੜ ਭੰਨ ਕੇ ਗਾਲਿਆ ਸੂ। ਵੀ ਜਿਹੜਾ ਰਾਂਝਾ ਜੱਟ ਸੀ ਉਹ ਨਵਾਂ ਰੂਪ ਉਸ ਨੂੰ ਆ ਗਿਆ ਸੀ, ਜਿਵੇਂ ਸੁਨਿਆਰ ਨੇ ਗਹਿਣਾ ਭੰਨ ਕੇ ਮੁੜ ਭੱਠੀ ਵਿੱਚ ਗਾਲਿਆ ਤੇ ਨਵਾਂ ਰੂਪ ਉਹਨੂੰ ਅੱਗੇ ਫਿਰ ਆ ਗਿਆ। ਬਾਲਨਾਥ ਵੱਲੋਂ ਰਾਂਝੇ ਨੂੰ ਨਸੀਹਤ ਦਿੱਤੀ, ਦੀਖਣਾ ਰੱਬ ਦੀ ਯਾਦ ਦੱਸੀ, ਗੁਰੂ ਜੋਗ ਦੇ ਭੇਤ ਨੂੰ ਪਾਈਏ ਜੀ, ਨਾਈ ਧੋ ਕੇ ਖੂਬ ਵਿਭੂਤ ਮਲੀਏ, ਚਾਹੇ ਕਿਸ ਵਿਧੀ ਅੰਗ ਵਟਾਈਏ ਜੀ। ਠੀਕ ਹੈ ਨਾ। ਰਾਂਝੇ ਨੂੰ ਜੋਗ ਦੇਣ ਮਗਰੋਂ ਬਾਲਨਾਥ ਨੇ ਉਸ ਨੂੰ ਉਪਦੇਸ਼ ਦਿੱਤਾ ਕਿ ਰੱਬ ਨੂੰ ਯਾਦ ਕਰਨ ਦਾ ਢੰਗ ਕਿਸ ਤਰ੍ਹਾਂ ਦਾ ਹੈ, ਇਹ ਸਾਰਾ ਕੁਝ ਦੱਸਿਆ ਹੈ। ਠੀਕ ਹੈ ਨਾ। ਤਾਂ ਉਹਨਾਂ ਨੇ ਕਿਹਾ ਕਿ ਗੁਰੂ ਅਤੇ ਜੋਗ ਦਾ ਸਾਰਾ ਭੇਤ ਪਾ ਲੈਣਾ ਚਾਹੀਦਾ ਹੈ। ਉਸ ਨੂੰ ਹਰ ਰੋਜ਼ ਨਹਾ ਧੋ ਕੇ ਪਿੰਡੇ ਉੱਪਰ ਸੁਆਹ ਮਲਣੀ ਚਾਹੀਦੀ ਹੈ ਅਤੇ ਹਰ ਪ੍ਰਕਾਰ ਦੀ ਚਾਹ ਅਤੇ ਜਿਹੜਾ ਸ਼ੌਂਕ ਹੁੰਦਾ ਨਾ ਉਸ ਨੂੰ ਦੂਰ ਕਰ ਦੇਣਾ ਚਾਹੀਦਾ ਹੈ ਜੀ। ਠੀਕ ਹੈ। ਸਿੰਘੀ ਫੌੜੀ ਖੱਪਰੀ ਹੱਥ ਲੈ ਕੇ, ਪਹਿਲਾਂ ਰੱਬ ਦਾ ਨਾਂ ਧਿਆਈਏ ਜੀ, ਨਗਰ ਅਲਖ ਜਗਾਈ ਕੇ ਜਾਏ ਵੜੀਏ, ਪਾਪ ਜਾਣ ਜੇ ਨਾਦ ਵਜਾਈਏ ਜੀ। ਉਸ ਨੂੰ ਸਿੰਘੀ ਫੋੜੀ ਅਤੇ ਖੱਪਰੀ ਹੱਥ ਵਿੱਚ ਲੈ ਕੇ ਸਭ ਤੋਂ ਪਹਿਲਾਂ ਰੱਬ ਦਾ ਨਾਂ ਧਿਆਉਣਾ ਚਾਹੀਦਾ ਹੈ, ਫਿਰ ਅਲਖ ਜਗਾ ਕੇ ਨਗਰ ਵਿੱਚ ਪ੍ਰਵੇਸ਼ ਕਰਨਾ ਚਾਹੀਦਾ ਹੈ। ਉੱਥੇ ਜਦੋਂ ਕੋਈ ਜੋਗੀ ਨਾਦ ਵਜਾਉਂਦਾ ਹੈ ਨਾ ਤਾਂ ਸਾਰੇ ਪਾਪ ਦੂਰ ਹੋ ਜਾਂਦੇ ਹਨ। ਠੀਕ ਹੈ ਨਾ। ਫਿਰ ਅੱਗੇ ਆ ਗਿਆ, ਸੁਖੀ ਦਵਾਰ ਵਸੇ ਜੋਗ ਭੀਖ ਮੰਗੇ, ਦੇਣੀ ਦੁਆਏ ਅਸੀਸ ਸੁਣਾਈਏ ਜੀ। ਬੱਚੋ ਬਹੁਤ ਸੌਖੀ ਪੰਜਾਬੀ ਹੈ, ਮਤਲਬ ਦੇਖਣ ਨੂੰ ਆਪਾਂ ਨੂੰ ਇਹ ਲੱਗਦਾ ਵੀ ਆਪਾਂ ਰੱਟੇ ਲਾਉਣੇ ਆ, ਬਹੁਤ ਔਖੀ ਹੈ ਨਾ, ਪਰ ਕੁਝ ਨਹੀਂ ਹੈ ਬੱਚੋ, ਬਹੁਤ ਜ਼ਿਆਦਾ ਸੌਖੀ ਹੈ ਇਹ ਪੰਜਾਬੀ। ਉਹ ਇਸ ਨੂੰ ਧਿਆਨ ਨਾਲ ਥੋੜ੍ਹਾ ਜਿਹਾ ਪੜ੍ਹਾਂਗੇ ਤਾਂ ਆਪੇ ਸਮਝ ਆ ਜਾਂਦੀ ਹੁੰਦੀ ਹੈ। ਤਾਂ ਇਸੀ ਭਾਂਤ ਸੇ ਨਗਰ ਦੀ ਭੀਖ ਲੈ ਕੇ ਮਸਤ ਲਟਕਦੇ ਦੁਆਰ ਕੋ ਆਈਏ ਜੀ। ਬਾਲਨਾਥ ਨੇ ਰਾਂਝੇ ਨੂੰ ਜੋਗ ਦੀ ਮਰਿਆਦਾ ਸਮਝਾਉਂਦੇ ਹੋਏ ਦੱਸਿਆ ਹੈ ਕਿ ਜਿਸ ਦੁਆਰੇ 'ਤੇ ਜੋਗੀ ਭਿੱਖਿਆ ਮੰਗਦਾ ਹੈ ਉਹ ਦੁਆਰਾ ਸੁਖੀ ਵਸਦਾ ਹੈ। ਭਿੱਖਿਆ ਲੈਣ ਮਗਰੋਂ ਘਰ ਵਾਲਿਆਂ ਦੇ ਸੁੱਖ ਲਈ ਅਰਦਾਸ ਕਰਨੀ ਚਾਹੀਦੀ ਹੈ ਅਤੇ ਅਸੀਸ ਮਤਲਬ ਦੇਣੀ ਚਾਹੀਦੀ ਹੈ। ਵੱਡੀ ਮਾਂ ਹੀ ਜਾਣ ਕੇ ਕਰੋ ਨੀਚਾ, ਛੋਟੀ ਭੈਣ ਮਿਸਾਲ ਕਰਾਈਏ ਜੀ। ਵੀ ਜੇ ਔਰਤ ਮਿਲਦੀ ਹੈ ਤਾਂ ਵੱਡੀ ਨੂੰ ਮਾਂ ਸਮਝੋ, ਛੋਟੀ ਨੂੰ ਭੈਣ ਸਮਝੋ। ਵਾਰਿਸ ਸ਼ਾਹ ਯਕੀਨ ਦੇ ਕੁੱਲਾ ਬੱਧੀ ਸਭੋ ਹੱਕ ਹੀ ਹੱਕ ਠਹਿਰਾਈਏ ਜੀ। ਠੀਕ ਹੈ ਨਾ। ਫਿਰ ਉਹ ਕਹਿੰਦੇ ਨੇ ਵੀ ਵਾਰਿਸ ਸ਼ਾਹ ਜੀ ਮਤਲਬ ਸਾਨੂੰ ਸਮਝਾਉਂਦੇ ਨੇ ਕਿ ਜਿਹੜੇ ਬਾਲਨਾਥ ਨੇ ਰਾਂਝੇ ਨੂੰ ਕਿਹਾ ਕਿ ਯਕੀਨ ਦੀ ਕਲਾ ਵਿੱਚ ਬੱਝ ਕੇ ਸਭ ਕੁਝ ਨੂੰ ਸੱਚ ਹੀ ਸੱਚ ਆਖਣਾ ਮਤਲਬ ਚਾਹੀਦਾ ਹੈ। ਜੋਗੀ ਨਾਥ ਤੋਂ ਖੁਸ਼ੀ ਲੈ ਵਿਦਾ ਹੋਇਆ, ਛੂਟਾ ਬਾਜ਼ ਜਿਉਂ ਤੇਜ਼ ਤਰਾਰੀਆਂ ਨੂੰ, ਇੱਕ ਪਲਕ ਵਿੱਚ ਕੰਮ ਜਾ ਹੋਏ ਗਿਆ, ਲੱਗੀ ਅੱਗ ਜੋ ਗੇੜਿਆ ਸਾਰਿਆਂ ਨੂੰ। ਤਾਂ ਰਾਂਝੇ ਜੋਗੀ ਨੂੰ ਬਾਲਨਾਥ ਨੇ ਜੋਗ ਬਖਸ਼ ਕੇ ਖੁਸ਼ ਕਰ ਦਿੱਤਾ ਅਤੇ ਉਹ ਉੱਥੋਂ ਇਸ ਤਰ੍ਹਾਂ ਵਿਦਾ ਹੋ ਕੇ ਤੁਰ ਪਿਆ ਜਿਸ ਤਰ੍ਹਾਂ ਕਿ ਬਾਜ਼ ਸ਼ਿਕਾਰੀ ਦੇ ਹੱਥੋਂ ਛੁੱਟ ਕੇ ਤੇਜ਼ ਉਡਾਰੀਆਂ ਮਾਰਨ ਲੱਗ ਪੈਂਦਾ ਹੈ। ਠੀਕ ਹੈ ਨਾ। ਰਾਂਝੇ ਦਾ ਜੋਗ ਧਾਰਨ ਦਾ ਕੰਮ ਇੱਕ ਪਲ ਵਿੱਚ ਹੀ ਸਿਰੇ ਚੜ੍ਹ ਗਿਆ ਅਤੇ ਇਹ ਦੇਖ ਕੇ ਬਾਲਨਾਥ ਦੇ ਸਾਰੇ ਚੇਲਿਆਂ ਨੂੰ ਈਰਖਾ ਨਾਲ ਬੇਹੱਦ ਗੁੱਸਾ ਚੜ੍ਹ ਗਿਆ। ਮੁੜ ਕੇ ਧਿੰਦੋ ਨੇ ਇੱਕ ਜਵਾਬ ਦਿੱਤਾ ਉਹਨਾਂ ਚੇਲਿਆਂ ਹੈਸੀਆਰਿਆਂ ਨੂੰ, ਭਲੇ ਕਰਮ ਜੇ ਹੋਣ ਤਾਂ ਜੋਗ ਪਾਈਏ, ਜੋਗ ਮਿਲੇ ਨਾ ਰੱਬ ਦੇ ਮਾਰਿਆਂ ਨੂੰ। ਹੈਸੀਆਰਿਆਂ ਨੂੰ ਮਤਲਬ ਜ਼ਾਲਮਾਂ ਨੂੰ। ਫਿਰ ਉਹ ਕਹਿੰਦੇ ਨੇ ਧਿੰਦੋ ਰਾਜੇ ਨੇ ਮੁੜ ਕੇ ਉਹਨਾਂ ਜ਼ਾਲਮ ਚੇਲਿਆਂ ਨੂੰ ਜਵਾਬ ਦਿੱਤਾ ਜਿਹੜੇ ਈਰਖਾ ਕਰਦੇ ਸੀ। ਰਾਂਝੇ ਦਾ ਜੋਗ ਧਾਰਨ ਦਾ ਕੰਮ ਇੱਕ ਪਲ ਵਿੱਚ ਹੀ ਸਿਰੇ ਚੜ੍ਹ ਗਿਆ। ਇਹ ਦੇਖ ਕੇ ਬਾਲਨਾਥ ਦੇ ਸਾਰੇ ਚੇਲੇ ਈਰਖਾ ਕਰਨ ਲੱਗ ਗਏ। ਤਾਂ ਰਾਂਝਾ ਉਹਨਾਂ ਨੂੰ ਕਹਿੰਦਾ ਕਿ ਚੰਗੇ ਕਰਮ ਹੋਣ ਤਾਂ ਬੰਦੇ ਨੂੰ ਜੋਗ ਮਿਲਦਾ ਏ। ਠੀਕ ਹੈ। ਜਿਨ੍ਹਾਂ 'ਤੇ ਰੱਬ ਕਿਰਪਾਨ ਹੋਵੇ ਉਹਨਾਂ ਨੂੰ ਜੋਗ ਨਹੀਂ ਮਿਲਦਾ। ਅਤੇ ਅਸੀਂ ਜੱਟ ਅਣਜਾਣ ਸਾਂ ਫਾਸ ਗਏ, ਕਰਮ ਕੀਤਾ ਸੋ ਅਸਾਂ ਵਿਚਾਰਿਆਂ ਨੂੰ, ਵਾਰਿਸ ਸ਼ਾਹ ਅੱਲਾ ਜਾ ਕਰਮ ਕਰਦਾ, ਹੁਕਮ ਹੁੰਦਾ ਹੈ ਨੇਕ ਸਿਤਾਰਿਆਂ ਨੂੰ। ਅਸੀਂ ਅਣਜਾਣ ਜੱਟ ਜੋਗ ਦੇ ਰਾਹ 'ਤੇ ਤੁਰਨ ਲਈ ਐਵੇਂ ਫਸ ਗਏ ਸਾਂ, ਪਰ ਰੱਬ ਨੇ ਉਸ ਵਿਚਾਰੇ ਉੱਤੇ ਮਿਹਰ ਕਰਕੇ ਉਸ ਨੂੰ ਜੋਗ ਦੀ ਬਖਸ਼ਿਸ਼ ਕੀਤੀ ਹੈ। ਕਵੀ ਕਹਿੰਦਾ ਹੈ ਕਿ ਜਦੋਂ ਰੱਬ ਦੀ ਮਿਹਰ ਹੁੰਦੀ ਹੈ ਤਾਂ ਉਹ ਸਾਰੇ ਜਿਹੜੇ ਨੇਕ ਸਿਤਾਰੇ ਨੇ ਉਹ ਬੰਦੇ ਦੀ ਕਿਸਮਤ ਬਦਲ ਦਿੰਦੇ ਨੇ। ਫਿਰ ਅੱਗੇ ਆ ਗਿਆ ਰਾਂਝੇ ਦਾ ਜੋਗ ਲੈ ਕੇ ਰੰਗਪੁਰ ਜਾਣਾ। ਤਾਈ ਟਿੱਲਿਓਂ ਰਾਹ ਲੈ ਖੇੜਿਆਂ ਦਾ, ਚੱਲਿਆ ਮੀਂਹ ਜਿਉਂ ਆਉਂਦਾ ਵੁੱਠ ਉੱਤੇ, ਕਾਬਾ ਰੱਖ ਮੱਥੇ ਰੱਬ ਯਾਦ ਕਰਕੇ, ਚੜ੍ਹਿਆ ਖੇੜਿਆਂ ਦੀ ਸੱਜੀ ਗੁੱਠ ਉੱਤੇ। ਠੀਕ ਹੈ ਨਾ।
ਤਾਂ ਫਿਰ ਆਪਾਂ ਦੇਖਦੇ ਹਾਂ ਵੀ ਰਾਂਝਾ ਜਦੋਂ ਜੋਗੀ ਬਣ ਗਿਆ ਸੀ ਫਿਰ ਕੀ ਕੀਤਾ। ਰਾਂਝਾ ਬਾਲਨਾਥ ਦੇ ਟੀਲੇ ਤੋਂ ਜੋਗ ਲੈ ਕੇ ਖੇੜਿਆਂ ਦੇ ਰਾਹ ਫੜ ਕੇ ਉਹ ਉੱਧਰ ਨੂੰ ਚੱਲ ਪਿਆ। ਜਿਸ ਤਰ੍ਹਾਂ ਮੀਂਹ ਮਿਹਰਬਾਨ ਹੋ ਕੇ ਵਰਨ ਲਈ ਚੜ੍ਹ ਆਉਂਦਾ ਹੈ, ਠੀਕ ਹੈ ਨਾ, ਉਸਨੇ ਕਾਬੇ ਵੱਲ ਆਪਣਾ ਸਤਿਕਾਰ ਪ੍ਰਗਟ ਕੀਤਾ ਅਤੇ ਰੱਬ ਨੂੰ ਯਾਦ ਕਰਕੇ ਖੇੜਿਆਂ ਦੀ ਦਿਸ਼ਾ ਵੱਲ ਸੱਜੀ ਗੁੱਠ ਨੂੰ ਚੱਲ ਪਿਆ। ਕਾਬਾ ਮੱਕੇ ਵਿੱਚ ਮੁਸਲਮਾਨਾਂ ਦਾ ਧਰਮ ਸਥਾਨ ਹੁੰਦਾ ਬੱਚੋ। ਉੱਠਤ ਕੀ ਹੁੰਦਾ? ਮਿਹਰਬਾਨ, ਠੀਕ ਹੈ ਨਾ। ਅਤੇ ਅੱਗੇ ਆ ਗਿਆ ਨਸ਼ੇ ਵਿੱਚ ਝੁਲਾਰਦਾ ਮਸਤ ਜੋਗੀ। ਜਿਵੇਂ ਸੁੰਦਰੀ ਝੂਲਦੀ ਊਠ ਉੱਤੇ ਚਿੱਪੀ ਖੱਪਰੀ ਫੌੜੀ ਡੰਡਾ ਕੁੰਡਾ ਭੰਗ ਪੋਸਤ ਬੱਧਾ ਸੁ ਪਿੱਠ ਉੱਤੇ। ਤਾਂ ਫਿਰ ਕੀ ਹੋਇਆ ਅੱਗੇ? ਜੋਗੀ ਦੇ ਰੂਪ ਵਿੱਚ ਰਾਂਝਾ ਨਸ਼ੇ ਨਾਲ ਇਸ ਤਰ੍ਹਾਂ ਝੂਮਦਾ ਸੀ ਜਿਸ ਤਰ੍ਹਾਂ ਊਠ ਉੱਤੇ ਬੈਠੀ ਕੋਈ ਸੁੰਦਰੀ ਝੂਲਦੀ ਹੋਵੇ। ਉਸਨੇ ਆਪਣੀ ਪਿੱਠ ਉੱਤੇ ਚਿੱਪੀ ਖੱਪਰੀ ਫੌੜੀ ਡੰਡਾ ਕੁੰਡਾ ਭੰਗ ਤੇ ਪੋਸਤ ਆਦਿ ਬੰਨ੍ਹ ਲਏ। ਸੰਨਿਆਸ ਬੈਰਾਗ ਜਿਉਂ ਲੜਨ ਚੱਲੇ, ਰੱਖ ਹੱਥ ਤਲਵਾਰ ਦੀ ਮੁੱਠ ਉੱਤੇ। ਐਵੇਂ ਸਰਕਦਾ ਆਮਦਾ ਖੇੜਿਆਂ ਨੂੰ, ਜਿਵੇਂ ਫੌਜ ਚੜ੍ਹ ਦੌੜਦੀ ਲੁੱਟ ਉੱਤੇ। ਉਹ ਵੈਰਾਗ ਤੇ ਸੰਨਿਆਸ ਰੂਪੀ ਤਲਵਾਰ ਦੀ ਮੁੱਠ ਉੱਤੇ ਹੱਥ ਰੱਖ ਕੇ ਇਸ਼ਕ ਦੇ ਦੁੱਖ ਨਾਲ ਲੜਨ ਲੱਗਾ ਸੀ। ਉਹ ਖੇੜਿਆਂ ਵੱਲ ਨੂੰ ਇਸ ਤਰ੍ਹਾਂ ਸਰਕਦਾ ਆ ਰਿਹਾ ਸੀ ਜਿਸ ਤਰ੍ਹਾਂ ਫੌਜ ਸ਼ਹਿਰ ਦੀ ਲੁੱਟ ਕਰਨ ਲਈ ਚੜ੍ਹੀ ਆ ਰਹੀ ਹੋਵੇ। ਫਿਰ ਅੰਤ ਦੇ ਵਿੱਚ ਆ ਗਿਆ ਬੱਚੋ ਜੋਗੀ ਦੀ ਫੇਰੀ। ਕੁੜੀਆਂ ਵੇਖ ਕੇ ਜੋਗੀ ਦੀ ਤਬਾਹ ਸਾਰੀ, ਘਰੀ ਹੱਸਦੀਆਂ ਆਈਆਂ ਨੀ। ਮਾਏ ਇੱਕ ਜੋਗੀ ਸਾਡੇ ਨਗਰ ਆਇਆ, ਕੰਨੀ ਉਸ ਨੇ ਮੁੰਦਰਾਂ ਪਾਈਆਂ ਨੀ। ਤਬਾਹ ਮਤਲਬ ਸੁਭਾਅ, ਤੌਰ ਤਰੀਕਾ, ਠੀਕ ਹੈ, ਸੁਭਾਅ ਨੂੰ ਕਹਿ ਦਿੰਦੇ ਹੁੰਦੇ ਹਾਂ ਬੱਚੋ। ਅਤੇ ਕੁੜੀਆਂ ਉਹਨੂੰ ਦੇਖ ਕੇ ਹੱਸਦੀਆਂ ਘਰ ਆਈਆਂ, ਆਪਣੀ ਮਾਂ ਨੂੰ ਆ ਕੇ ਦੱਸਦੀਆਂ ਨੇ ਵੀ ਇੱਕ ਜੋਗੀ ਸਾਡੇ ਨਗਰ ਦੇ ਵਿੱਚ ਆਇਆ ਅਤੇ ਉਹਨੇ ਕੰਨੀ ਮੁੰਦਰਾਂ ਪਾਈਆਂ ਹੋਈਆਂ ਨੇ। ਨਹੀਂ ਬੋਲਦਾ ਬੁਰਾ ਜ਼ਬਾਨ ਵਿੱਚੋਂ, ਭਾਵੇਂ ਭਿੱਖਿਆ ਉਸ ਨਾ ਪਾਈਆਂ ਨੀ। ਹੱਥ ਖੱਪਰੀ ਫੌੜੀ ਮੋਢਿਆਂ 'ਤੇ, ਗੱਲ ਸੇਲੀਆਂ ਅਜਬ ਬਣਾਈਆਂ ਨੀ। ਤਾਂ ਫਿਰ ਉਹ ਕਹਿੰਦੇ ਨੇ ਵੀ ਅੱਗੇ ਭਾਵੇਂ ਉਸਨੂੰ ਕੋਈ ਖੈਰ ਪਾਵੇ ਭਾਵੇਂ ਨਾ ਪਾਵੇ, ਉਹ ਜ਼ਬਾਨ ਦੇ ਵਿੱਚੋਂ ਕਿਸੇ ਨੂੰ ਮੰਦਾ ਨਹੀਂ ਬੋਲਦਾ। ਅਤੇ ਉਸਦੇ ਹੱਥ ਵਿੱਚ ਖੱਪਰੀ ਫੜੀ ਹੋਈ ਹੈ, ਉਸਦੇ ਮੋਢਿਆਂ ਉੱਤੇ ਫੌੜੀ ਹੈ ਅਤੇ ਗਲ ਵਿੱਚ ਸੇਲੀਆਂ ਪਾ ਕੇ ਉਸਨੇ ਅਦਭੁਤ ਸੂਰਤ ਬਣਾਈ ਹੋਈ ਹੈ, ਠੀਕ ਹੈ। ਅਤੇ ਜਿਵੇਂ ਸੇਲੀਆਂ ਕੀ ਹੁੰਦਾ ਬੱਚੋ? ਸਿਰ ਉੱਪਰ ਬੰਨੀ ਜਾਂ ਗਲ ਵਿੱਚ ਪਾਈ ਡੋਰੀ। ਕਦੇ ਸੰਗਲੀ ਸੁੱਟ ਕੇ ਸ਼ਗਨ ਵਾਚੇ, ਕਦੇ ਔਸੀਆਂ ਸਵਾਹ 'ਤੇ ਪਾਈਆਂ ਨੀ। ਕਦੇ ਕਿੰਗ ਵਜਾਏ ਕੇ ਖਲਾ ਰੋਵੇ, ਕਦੇ ਹੱਸ ਕੇ ਨਾਦ ਘੁਕਾਈਆਂ ਨੀ। ਘੁਕਾਈਆਂ ਮਤਲਬ ਕੀ ਹੁੰਦਾ ਬੱਚੋ? ਅਤੇ ਵੱਜਦੀਆਂ, ਹੈ ਨਾ। ਤਾਂ ਫਿਰ ਰੰਗਪੁਰ ਖੇੜਿਆਂ ਦੀਆਂ ਕੁੜੀਆਂ ਨੇ ਆਪਣੇ ਘਰੀ ਜਾ ਕੇ ਆਪਣੀਆਂ ਮਾਵਾਂ ਨੂੰ ਦੱਸਿਆ ਕਿ ਉਹ ਕਦੇ ਸੰਗਲੀ ਸੁੱਟ ਕੇ ਸ਼ਗਨ ਵਾਚਣ ਦਾ ਕੰਮ ਕਰਦਾ ਦਿਖਾਈ ਦਿੰਦਾ ਹੈ, ਕਦੇ ਸਵਾਹ ਉੱਤੇ ਔਸੀਆਂ ਪਾ ਕੇ ਕਿਸੇ ਦੀ ਉਡੀਕ ਕਰਦਾ ਦਿਸਦਾ ਹੈ। ਕਦੀ ਉਹ ਖੜ ਕੇ ਕਿੰਗ ਵਜਾਉਂਦਾ ਰੋਂਦਾ ਹੈ ਅਤੇ ਕਦੀ ਹੱਸ ਕੇ ਨਾਦ ਵਜਾਉਂਦਾ ਹੈ। 8 ਪਹਿਰ ਅੱਲਾ ਨੂੰ ਯਾਦ ਕਰਦਾ, ਖੈਰ ਉਸ ਨੂੰ ਪਾਉਂਦੀਆਂ ਮਾਈਆਂ ਨੀ। ਨਸ਼ੇਬਾਜ਼ ਭਵਾਂ ਉਹਦੀਆਂ ਮੱਤੀਆਂ ਨੇ, ਅਤੇ ਮਿਰਗਾਣੀਆਂ ਗਲੇ ਬਣਾਈਆਂ ਨੀ। ਤਾਂ ਉਹ ਕਹਿੰਦੇ ਨੂੰ ਦਿਨ ਰਾਤ ਰੱਬ ਨੂੰ ਯਾਦ ਕਰਦਾ ਹੈ ਅਤੇ ਜਨਾਨੀਆਂ ਉਸ ਨੂੰ ਖੈਰ ਪਾਉਂਦੀਆਂ ਹਨ। ਉਸ ਦੇ ਭਰਵੱਟੇ ਬਿਨਾਂ ਨਸ਼ੇ ਤੋਂ ਹੀ ਮਸਤ ਦਿਖਾਈ ਦੇ ਰਹੇ ਹਨ ਅਤੇ ਮਿਰਗ ਦੀ ਚਮੜੀ ਉਸ ਨੇ ਗਲ ਵਿੱਚ ਪਾਈ ਹੋਈ ਹੈ। ਜਟਾਂ ਸੌਂਦੀਆਂ ਸ਼ੈਲ ਉਸ ਜੋਗੀੜੇ ਨੂੰ, ਠੀਕ ਹੈ ਨਾ। ਜੋਗੀੜੇ ਨੂੰ ਜਟਾਂ ਸੌਂਦੀਆਂ ਨੇ, ਜਿਵੇਂ ਚੰਨ ਦੁਆਲੇ ਘਟ ਆਈਆਂ ਨੀ। ਨਾ ਕੋਈ ਮਾਰਦਾ ਨਾ ਕਿਸੇ ਨਾਲ ਲੜਿਆ, ਨੈਣਾ ਉਸ ਦਿਆਂ ਛੈਬਰਾਂ ਲਾਈਆਂ ਨੇ। ਛੈਬਰਾਂ ਕੀ ਹੁੰਦੀਆਂ ਨੇ ਬੱਚੋ? ਝੜੀ ਲਾ ਕੇ ਜਦੋਂ ਮੀਂਹ ਪੈਂਦਾ ਹੈ, ਠੀਕ ਹੈ ਨਾ। ਰੰਗਪੁਰ ਖੇੜਿਆਂ ਦੀ ਕੁੜੀਆਂ ਨੇ ਰਾਂਝੇ ਜੋਗੀ ਦੇ ਤੌਰ ਤਰੀਕੇ ਨੂੰ ਦੇਖ ਕੇ ਆਪਣੀਆਂ ਮਾਵਾਂ ਨਾਲ ਉਸ ਬਾਰੇ ਗੱਲਾਂ ਕਰਦਿਆਂ ਕਿਹਾ ਕਿ ਉਸ ਗੱਭਰੂ ਜੋਗੀ ਦੇ ਮੂੰਹ ਦੁਆਲੇ ਜਟਾਂ ਇਸ ਤਰ੍ਹਾਂ ਸੋਭ ਰਹੀਆਂ ਹਨ ਜਿਸ ਤਰ੍ਹਾਂ ਚੰਦ ਦੁਆਲੇ ਕਾਲੀਆਂ ਘਟਾਂ ਦਾ ਘੇਰਾ ਪਿਆ ਹੋਵੇ, ਠੀਕ ਹੈ ਨਾ। ਅਤੇ ਨਾ ਉਸਨੂੰ ਕਿਸੇ ਨੇ ਮਾਰਿਆ ਹੈ ਅਤੇ ਨਾ ਹੀ ਉਹ ਕਿਸੇ ਨਾਲ ਲੜਿਆ ਹੈ, ਠੀਕ ਹੈ। ਉਸਦੀਆਂ ਅੱਖਾਂ ਪਿਆਰ ਦੀ ਵਰਖਾ ਕਰ ਰਹੀਆਂ ਹਨ। ਕੋਈ ਗੁਰੂ ਪੂਰਾ ਉਸਨੂੰ ਆਏ ਮਿਲਿਆ, ਕੰਨ ਛੇਦ ਕੇ ਮੁੰਦਰਾਂ ਪਾਈਆਂ ਨੀ। ਵਾਰੀ ਸ਼ਾਹ ਚੇਲਾ ਬਾਲਨਾਥ ਦਾਏ, ਝੋਕਾ ਪ੍ਰੇਮ ਦੀਆਂ ਕਿਸੇ ਲਾਈਆਂ ਨੀ, ਠੀਕ ਹੈ ਨਾ। ਉਹ ਕਹਿੰਦੇ ਜਾਪਦਾ ਹੈ ਕਿ ਉਸ ਨੂੰ ਕੋਈ ਪੂਰਾ ਗੁਰੂ ਮਿਲ ਗਿਆ ਹੈ ਜਿਸ ਨੇ ਉਸਦੇ ਕੰਨਾਂ ਨੂੰ ਬਿੰਨ ਕੇ ਉਸ ਵਿੱਚ ਮੁੰਦਰਾਂ ਪਾ ਦਿੱਤੀਆਂ ਹਨ। ਛੇਦ ਕੇ ਮਤਲਬ ਬਿੰਨ ਕੇ। ਕਵੀ ਕਹਿੰਦਾ ਹੈ ਕਿ ਉਹ ਅਸਲ ਵਿੱਚ ਬਾਲਨਾਥ ਦਾ ਚੇਲਾ ਹੈ ਜਿਸ ਨੂੰ ਕਿਸੇ ਪਿਆਰੀ ਨੇ ਪ੍ਰੇਮ ਦੇ ਨਸ਼ੇ ਦੇ ਝੂਟੇ ਦਿੱਤੇ ਹਨ, ਠੀਕ ਹੈ।
ਝੋਕਾ मतलब ਹਾਂ ਨਸ਼ੇ ਦੇ ਝੂਠੇ ਦੇਣੇ। ਠੀਕ ਹੈ ਬੱਚਿਓ। ਤੇ ਕੇਂਦਰੀ ਭਾਵ ਆਪਾਂ ਇਹਨਾਂ ਦੇ ਜਿਵੇਂ ਜਿਵੇਂ ਆਪਣੇ ਇਹਨਾਂ ਦੀ ਸਿਰਲੇਖ ਨੇ ਨਾ, ਤੇ ਉੱਦਾਂ ਉੱਦਾਂ ਹੀ ਕੇਂਦਰੀ ਭਾਵ ਵਿੱਚ ਆਪਾਂ ਲਿਖਾਂਗੇ। ਠੀਕ ਹੈ। ਤੇ ਹਰ ਕਿਸੇ ਦਾ ਕੇਂਦਰੀ ਭਾਵ ਇੱਕ ਤਰ੍ਹਾਂ ਨਾਲ ਵਿਆਖਿਆ ਹੀ ਹੈ ਜੋ ਆਪਾਂ ਕੀਤੀ ਹੈ, ਤੇ ਉਸ ਨੂੰ ਤੁਸੀਂ ਬੜੇ ਚੰਗੀ ਤਰ੍ਹਾਂ ਸੁਣ ਲਿਓ। ਠੀਕ ਹੈ। ਤੇ ਸ਼ੁਰੂਆਤ ਬਸ ਇੱਦਾਂ ਹੀ ਹੁੰਦੀ ਹੈ ਵੀ ਉਹ ਬਾਲਨਾਥ ਕੋਲ ਜੋਗ ਲੈਣ ਜਾਂਦਾ ਹੈ। ਬਾਲਨਾਥ ਨਾਲ ਸਵਾਲ ਜਵਾਬ ਹੁੰਦੇ ਨੇ। ਬਾਲਨਾਥ ਕਹਿੰਦਾ ਵੀ ਤੂੰ ਜੋਗ ਨਾ ਲੈ ਹਲੇ, ਤੇ ਰਾਂਝਾ ਪਰ ਉਹਦੇ ਖਹਿੜੇ ਪੈ ਜਾਂਦਾ, ਫਿਰ ਉਹਨੂੰ ਜੋਗ ਮਿਲ ਜਾਂਦਾ। ਫਿਰ ਬਾਲਨਾਥ ਉਹਨੂੰ ਪੂਰਾ ਸਮਝਾਉਂਦਾ ਹੈ ਵੀ ਤੂੰ ਕਿੱਦਾਂ ਕਿੱਦਾਂ ਰਹਿਣਾ ਹੈ। ਫਿਰ ਅੰਤ ਦੇ ਵਿੱਚ ਉਹ ਖੇੜਿਆਂ ਦੀ ਰਾਹ ਉੱਥੇ ਪੈ ਜਾਂਦਾ, ਤੇ ਕੁੜੀਆਂ ਦੱਸਦੀਆਂ ਨੇ ਆਪਣੇ ਘਰ ਜਾ ਕੇ ਵੀ ਇੱਥੇ ਕੋਈ ਜੋਗੀ ਆਇਆ। ਠੀਕ ਹੈ। ਫਿਰ ਆਪਾਂ ਅੱਗੇ ਦੱਸਾਂਗੇ ਵਾਰਿਸ ਸ਼ਾਹ ਨੇ ਕਿਹੜਾ ਕਿੱਸਾ ਲਿਖਿਆ। ਪ੍ਰਸ਼ਨ ਉੱਤਰ ਆ ਗਏ ਬੱਚਿਓ, ਕਿੱਸਾ ਹੀਰ ਰਾਂਝਾ। ਠੀਕ ਹੈ। ਇਸ ਤਰ੍ਹਾਂ ਦੇ ਕਾਫੀ ਪ੍ਰਸ਼ਨ ਬਣਨਗੇ ਵੀ ਜੋਗੀ ਦੀ ਫੇਰੀ ਕਿਹਨੇ ਲਿਖੀ ਹੈ। ਜਦੋਂ ਵੀ ਕੋਈ ਵੀ ਪ੍ਰਸ਼ਨ ਆਉਂਦਾ ਤੁਹਾਨੂੰ ਹੀਰ ਬਾਰੇ ਜਾਂ ਵਾਰਿਸ ਬਾਰੇ ਕੁਛ ਵੀ ਕਿਵੇਂ ਵੀ ਘੁਮਾ ਫਿਰਾ ਕੇ ਆਉਂਦਾ, ਉਹੀ ਗੱਲ ਹੋਏਗੀ ਬੱਚਿਓ। ਠੀਕ ਹੈ। ਤੇ ਵਾਰਿਸ ਸ਼ਾਹ ਨੇ ਕੀ ਲਿਖਿਆ, ਹੀਰ ਲਿਖੀ। ਉਹੀ ਉੱਤਰ ਉਹੀ ਪ੍ਰਸ਼ਨ। ਪੰਜਾਬੀ ਦਾ ਸਭ ਤੋਂ ਵੱਡਾ ਕਿੱਸਾਕਾਰ ਕੌਣ ਹੈ, ਵਾਰਿਸ ਸ਼ਾਹ। ਵਾਰਿਸ ਸ਼ਾਹ ਨੇ ਹੀਰ ਦਾ ਕਿੱਸਾ ਕਿਹੜੇ ਛੰਦ ਵਿੱਚ ਲਿਖਿਆ ਹੈ, ਬਹੁਤੁਕੇ ਛੰਦ ਦੇ ਵਿੱਚ। ਠੀਕ ਹੈ ਨਾ। ਵਾਰਿਸ ਸ਼ਾਹ ਦੇ ਕਿੱਸੇ ਹੀਰ ਰਾਂਝਾ ਵਿੱਚ ਰਾਂਝਾ ਕਿਸ ਜੋਗੀ ਕੋਲ ਜੋਗ ਦੀ ਪ੍ਰਾਪਤੀ ਲਈ ਜਾਂਦਾ ਹੈ, ਬਾਲਨਾਥ ਕੋਲ। ਰਾਂਝਾ ਬਾਲਨਾਥ ਦੇ ਟਿੱਲੇ ਉੱਤੇ ਕਿਉਂ ਗਿਆ ਸੀ, ਜੋਗ ਧਾਰਨ ਕਰਨ ਲਈ। ਤੇ ਵਾਰਿਸ ਸ਼ਾਹ ਅਨੁਸਾਰ ਜੋਗ ਦਾ ਪੰਥ ਕਿਸ ਨੇ ਚਲਾਇਆ, ਮਹਾਦੇਵ ਨੇ। ਠੀਕ ਹੈ ਨਾ। ਬਾਲਨਾਥ ਰਾਂਝੇ ਨੂੰ ਨਹਾ ਧੋਆ ਕੇ ਸਰੀਰ ਉੱਤੇ ਕੀ ਮਲਣ ਦੀ ਸਲਾਹ ਦਿੰਦਾ ਹੈ, ਵਿਭੂਤੀ। ਬਾਲਨਾਥ ਦੇ ਜੋਗ ਦੇਣ ਸਮੇਂ ਰਾਂਝੇ ਨੂੰ ਵੱਡੀ ਤੇ ਛੋਟੀ ਇਸਤਰੀ ਨੂੰ ਕਿਸ ਤਰ੍ਹਾਂ ਸਮਝਣਾ ਚਾਹੀਦਾ ਹੈ, ਵੱਡੀ ਨੂੰ ਮਾਂ ਸਮਾਨ ਤੇ ਛੋਟੀ ਨੂੰ ਭੈਣ ਸਮਾਨ। ਰਾਂਝਾ ਜੋਗ ਲੈਣ ਉਪਰੰਤ ਕਿੱਥੇ ਜਾਣ ਲਈ ਤੁਰ ਪਿਆ, ਰੰਗਪੁਰ ਖੇੜੇ। ਰਾਂਝਾ ਜੋਗ ਲੈ ਕੇ ਰੰਗਪੁਰ ਖੇੜਿਆਂ ਨੂੰ ਕੀ ਕਰਨ ਗਿਆ ਸੀ, ਹੀਰ ਨੂੰ ਮਿਲਣ। ਰਾਂਝਾ ਕਿਸ ਉਦੇਸ਼ ਨਾਲ ਜੋਗ ਧਾਰਨ ਕਰਦਾ ਹੈ, ਹੀਰ ਦੇ ਮਿਲਾਪ ਕਰਕੇ। ਰਾਂਝੇ ਜੋਗੀ ਦੇ ਕੰਨਾਂ ਵਿੱਚ ਕੀ ਪਾਇਆ ਹੋਇਆ ਸੀ, ਮੁੰਦਰਾ। ਜੋਗੀ ਬਣੇ ਰਾਂਝੇ ਦੇ ਹੱਥ ਵਿੱਚ ਕੀ ਸੀ, ਖੱਪਰੀ। ਵਾਰਿਸ ਸ਼ਾਹ ਦੀ ਕਿਸ ਕਾਵਧਾਰਾ ਦਾ ਕਵੀ ਹੈ, ਕਿੱਸਾ ਕਾਵ। ਠੀਕ ਹੈ। ਠੀਕ ਗਲਤ ਦੱਸਣੇ ਨੇ ਬੱਚੋ। ਜੋਗੀ ਦੀ ਫੇਰੀ ਕਾਵ ਅੰਸ਼ ਮੁਕਬਲ ਦੀ ਹੀਰ ਹੈ, ਨਹੀਂ। ਮਕਬੂਲ ਦੀ ਹੈ, ਨਹੀਂ। ਰਾਂਝਾ ਜੋਗ ਲੈ ਕੇ ਤਖਤ ਹਜ਼ਾਰੇ ਨੂੰ ਗਿਆ। ਠੀਕ ਹੈ ਨਾ, ਗਲਤ ਹੈ। ਬਾਲਨਾਥ ਨੇ ਰਾਂਝੇ ਨੂੰ ਜੋਗ ਦੇਣ ਪਿੱਛੋਂ ਨਸੀਹਤ ਵੀ ਦਿੱਤੀ, ਠੀਕ ਹੈ। ਰੰਗਪੁਰ ਖੇੜੇ ਹੀਰ ਦੇ ਸਹੁਰਿਆਂ ਦਾ ਪਿੰਡ ਸੀ, ਬਿਲਕੁਲ ਠੀਕ ਹੈ ਨਾ। ਸੋ ਬੱਚਿਓ ਇਹ ਸੀ ਵਾਰਿਸ ਸ਼ਾਹ ਦਾ ਕਿੱਸਾ। ਬੱਚਿਓ ਇਹ ਕਿੱਸਾ ਬੜਾ ਸੋਹਣਾ ਗਾਇਆ ਜਾਂਦਾ, ਤੁਸੀਂ ਸੁਣਿਆ ਕਰੋ। ਵਾਰਿਸ ਸ਼ਾਹ ਆਪਣਾ ਨੈੱਟ ਦੇ ਉੱਪਰ ਸਰਚ ਕਰਕੇ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਗਾਇਆ ਹੋਇਆ। ਠੀਕ ਹੈ। ਬੜਾ ਬੜਾ ਸੋਹਣਾ ਗਾਇਆ ਹੋਇਆ। ਠੀਕ ਹੈ। ਇਹਨੂੰ ਦੇਖਿਆ ਕਰੋ, ਬਹੁਤ ਸੋਹਣੇ ਸੁਰ 'ਚ ਗਾਇਆ ਜਾਂਦਾ। ਠੀਕ ਹੈ। ਸੁਣਿਆ ਕਰੋ ਬੱਚਿਓ। ਪੰਜਾਬੀ ਸਾਹਿਤ ਆਪਣਾ ਬਹੁਤ ਸੁੰਦਰ ਹੈ, ਅਤੇ ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬੱਚਿਓ।